23 ਫਰਵਰੀ 2022 दिन बुधवार सैमियामू कैटजी ਅਤੇ ਕੁਆਂਟਲਨ मूल निवासी कबीलिਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਜੀ। ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਇਸ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਹਮੇਸ਼ਾ ਹੀ ਤਰ੍ਹਾਂ ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾ ਰਹੇ ਆ ਗੇਟਵੇ ਪੀਜ਼ਾ ਐਂਡ ਸਵੀਟਸ, ਦ ਅੰਪਾਇਰ ਬੈਂਕਟ ਹਾਲ ਅਤੇ ਨਾਲ ਦੀ ਨਾਲ ਐਕਮੇ ਟਰਾਂਸਪੋਰਟ ਲਿਮਟਿਡ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਰੂਸ ਅਤੇ ਯੂਕਰੇਨ ਦੇ ਸੰਬੰਧੀ ਜਿਹੜਾ ਮਸਲਾ ਖੜਾ ਹੋਇਆ ਉਹਦੇ ਬਾਰੇ ਅੱਜ ਕੀ ਚੱਲ ਰਿਹਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਐਮਰਜੈਂਸੀ ਐਕਟ ਵਾਪਸ ਲੈਣ ਵਾਸਤੇ ਮਜਬੂਰ ਹੋਣਾ ਪਿਆ, ਕੀ ਪਿੱਛੇ ਰਾਜਨੀਤੀ ਚੱਲੀ ਆ। ਅਤੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਨੀ ਆ ਹਿਜਾਬ ਤੋਂ ਬਾਅਦ ਭਾਰਤ ਸਰਕਾਰ ਭਾਰਤ ਦੇ ਇੱਕ ਸੂਬੇ ਦੇ ਵਿੱਚ ਦਸਤਾਰ 'ਤੇ ਪਾਬੰਦੀ ਦੀ ਗੱਲ ਜਿਹੜੀ ਸਾਹਮਣੇ ਆਈ ਹੈ ਕਾਲਜ ਦੇ ਵਿੱਚ, ਇਸ ਨੂੰ ਲੈ ਕੇ ਕੀ ਹੋ ਰਿਹਾ। ਜੇਲ੍ਹ ਦੇ ਵਿੱਚ ਨਜ਼ਰਬੰਦ ਇੱਕ ਸਾਬਕਾ ਪੁਲਿਸ ਇੰਸਪੈਕਟਰ ਦੇ ਉੱਤੇ ਕਾਤਲਾਨਾ ਹਮਲਾ ਹੋਇਆ, ਜਿਸ ਨੂੰ ਕਿ ਕੁਝ ਸਾਲ ਪਹਿਲਾਂ ਅਣਮਨੁੱਖੀ ਤਸ਼ੱਦਦ ਅਤੇ ਝੂਠੇ ਪੁਲਿਸ ਮੁਕਾਬਲੇ ਦੇ ਦੋਸ਼ ਦੇ ਵਿੱਚ ਕੈਦ ਹੋਈ ਸੀ। ਵੋਟਿੰਗ ਮਸ਼ੀਨਾਂ ਪੰਜਾਬ ਦੇ ਵਿੱਚ 66 ਥਾਂ ਦੇ ਉੱਤੇ ਪਈਆਂ, ਉਹਨਾਂ ਦੇ ਨਾਲ ਛੇੜਛਾੜ ਦਾ ਖਦਸ਼ਾ ਪ੍ਰਗਟਾਇਆ ਗਿਆ ਆਮ ਆਦਮੀ ਪਾਰਟੀ ਵੱਲੋਂ। ਇਸ 'ਤੇ ਆਪਾਂ ਚਰਚਾ ਕਰਾਂਗੇ, ਨਾਲ ਹੀ ਗੱਲਬਾਤ ਕਰਾਂਗੇ ਸਿਆਸੀ ਪਾਰਟੀਆਂ ਦੀ ਜਿਹੜੇ ਕਿ ਹੁਣ ਵੋਟਾਂ ਤੋਂ ਬਾਅਦ ਆਪੋ ਆਪਣੇ ਆਗੂਆਂ ਦੀ ਸਫਾਈ ਕਰਨ ਲੱਗੀਆਂ, ਜਿਨ੍ਹਾਂ ਨੇ ਕਿ ਚੋਣਾਂ ਦੇ ਵਿੱਚ ਸਾਥ ਨਹੀਂ ਦਿੱਤਾ। ਅਖੀਰ ਦੇ ਵਿੱਚ ਗੱਲਬਾਤ ਕਰਾਂਗੇ ਦੀਪ ਸਿੱਧੂ ਉਹਨਾਂ ਦੇ ਭੋਗ ਦੀ ਅੰਤਿਮ ਅਰਦਾਸ ਦੀ ਤਿਆਰੀ ਦੀ, ਕਿ ਇਸ ਵੇਲੇ ਉੱਤੇ ਕੀ ਚੱਲ ਰਿਹਾ ਆ। ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਮੁੜਦੇ ਹਾਂ ਜੀ। ਪ੍ਰੋਗਰਾਮ ਦਾ ਸਹੋਤਾ ਸ਼ੋਅ 'ਚ ਇੱਕ ਵਾਰ ਫਿਰ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ ਜੀ। ਗੱਲ ਦੀ ਸ਼ੁਰੂਆਤ ਕਰਾਂਗੇ ਰੂਸ ਅਤੇ ਯੂਕਰੇਨ ਦੇ ਵਿਵਾਦ ਤੋਂ। ਰੂਸ ਵੱਲੋਂ ਕੱਲ੍ਹ ਯੂਕਰੇਨ ਦੇ 2 ਸੂਬਿਆਂ ਦੇ ਉੱਤੇ ਕਹਿ ਸਕਦੇ ਹਾਂ ਕਿ ਫੌਜ ਉਹਨਾਂ ਦੇ ਵਿੱਚ ਵਾੜ ਕੇ ਉਹਨਾਂ ਨੂੰ ਆਜ਼ਾਦ ਮੁਲਕ ਦਾ ਜਿਹੜਾ ਰੁਤਬਾ ਦੇ ਦਿੱਤਾ ਗਿਆ ਸੀਗਾ। ਡੈਨਬਾਸ ਨਾਂ ਦਾ ਮੁਲਕ ਨਵਾਂ ਹੋਂਦ ਵਿੱਚ ਆ ਗਿਆ। ਉਸ ਤੋਂ ਬਾਅਦ ਦੇ ਵਿੱਚ ਹੋ ਕੀ ਰਿਹਾ ਕਿ ਪੂਰੀ ਦੁਨੀਆ ਨੂੰ ਇਹ ਲੱਗ ਰਿਹਾ ਸੀਗਾ ਕਿ ਸ਼ਾਇਦ ਇਹ ਤੀਜੇ ਵਿਸ਼ਵ ਯੁੱਧ ਦੇ ਵਿੱਚ ਗੱਲ ਤਬਦੀਲ ਹੋ ਸਕਦੀ ਆ। ਅਮਰੀਕਾ ਅਤੇ ਉਸਦੇ ਸਾਥੀ ਤੁਰੰਤ ਕੋਈ ਕਾਰਵਾਈ ਕਰ ਸਕਦੇ ਆ, ਪਰ ਹਾਲ ਦੀ ਘੜੀ ਪਾਬੰਦੀਆਂ ਜਿਹੜੀਆਂ ਲਾਈਆਂ ਜਾ ਰਹੀਆਂ, ਹਾਲੇ ਵੀ ਕੂਟਨੀਤੀ ਵਰਤੀ ਜਾ ਰਹੀ ਆ ਕਿ ਕਿਸੇ ਨਾ ਕਿਸੇ ਤਰੀਕੇ ਜਿਹੜੀ ਇਹ ਗੱਲ ਸ਼ਾਂਤ ਹੋ ਜਾਵੇ, ਕਿਉਂਕਿ ਜੰਗ ਛੇੜਨੀ ਜਿਹੜੀ ਆ ਆਪਣੇ ਆਪ ਦੇ ਵਿੱਚ ਕੋਈ ਛੋਟੀ ਗੱਲ ਨਹੀਂ ਹੈਗੀ। ਦੁਨੀਆ ਨੂੰ ਵੀ ਜਸਟੀਫਾਈ ਕਰਨਾ ਪੈਣਾ ਕਿ ਜੰਗ ਛੇੜਨ ਦੀ ਲੋੜ ਜਿਹੜੀ ਆ ਕਿਉਂ ਪਈ ਸੀਗੀ। ਹੁਣ ਰੂਸ ਅਤੇ ਯੂਕਰੇਨ ਦੋਵੇਂ ਜਾਣੇ ਆਪੋ ਆਪਣੇ ਨਾਗਰਿਕਾਂ ਨੂੰ ਇੱਕ ਦੂਜੇ ਦੇ ਮੁਲਕ ਵਿੱਚੋਂ ਕੱਢ ਰਹੇ ਆ, ਕਿਉਂਕਿ ਭਵਿੱਖ ਦੇ ਵਿੱਚ ਟੈਨਸ਼ਨ ਜਿਹੜੀ ਆ ਹੋਰ ਵਧਣੀ ਆ। ਜੇ ਗੱਲ ਰੂਸ ਦੀ ਕਰੀਏ ਤਾਂ ਰੂਸ ਦੇ ਜਿਹੜੇ ਰਾਸ਼ਟਰਪਤੀ ਨੇ ਵਲਾਦੀਮੀਰ ਪੁਤਿਨ, ਉਹ ਕਹਿੰਦੇ ਸਾਡੇ ਗੁਆਂਢ ਯੂਕਰੇਨ ਦੇ ਵਿੱਚ ਆ ਕੇ ਪੱਛਮੀ ਤਾਕਤਾਂ ਜਿਹੜੀਆਂ ਨਾਟੋ ਫੋਰਸਿਸ, ਜਿਨ੍ਹਾਂ ਦੇ ਵਿੱਚ ਅਮਰੀਕਾ, ਕੈਨੇਡਾ, ਫਰਾਂਸ, ਜਰਮਨੀ, ਇੰਗਲੈਂਡ ਵਗੈਰਾ ਸ਼ਾਮਲ ਨੇ, ਉਹ ਕਹਿੰਦੇ ਯੂਕਰੇਨ ਦੀ ਫੌਜ ਨੂੰ ਸਿਖਲਾਈ ਦੇ ਰਹੀਆਂ ਸੀ, ਇੱਥੇ ਆ ਕੇ ਹਥਿਆਰ ਬੀੜ ਰਹੀਆਂ ਸੀ, ਉਹਨਾਂ ਦੀਆਂ ਸਿਕਿਉਰਿਟੀ ਏਜੰਸੀਜ਼ ਨਾਲ ਕੰਮ ਕਰ ਰਹੀਆਂ ਸੀ, ਅਤੇ ਅਸੀਂ ਆਪਣੇ ਗੁਆਂਢ ਦੇ ਵਿੱਚ ਆਪਣੇ ਗੁਆਂਢੀ ਨੂੰ ਇੰਨਾ ਤਕੜਾ ਹੁੰਦਾ ਨਹੀਂ ਦੇਖ ਸਕਦੇ ਜਿਹੜਾ ਕਿ ਸਾਡੀ ਸੋਵਰਨਟੀ ਦੇ ਵਾਸਤੇ ਖਤਰਾ ਹੋਵੇ। ਇਹ ਨਹੀਂ ਸੀ ਹੋ ਸਕਦਾ ਕਿ ਅਸੀਂ ਬੈਠੇ ਦੇਖਦੇ ਰਹੀਏ ਅਤੇ ਉਹ ਅਜਿਹਾ ਕਰਦੇ ਰਹਿਣਾ, ਤਾਂ ਅਸੀਂ ਚੁੱਪ ਕਰਕੇ ਹੱਥ 'ਤੇ ਹੱਥ ਰੱਖ ਕੇ ਬਹਿ ਜਾਈਏ। ਇਸ ਕਰਕੇ ਇਹ ਜੋ ਕੁਛ ਵੀ ਹੋਇਆ ਉਸ ਨੂੰ ਉਹਨਾਂ ਨੇ ਜਸਟੀਫਾਈ ਕੀਤਾ ਆ। ਹੁਣ ਜਿਹੜੇ ਯੂਕਰੇਨ ਦੇ 2 ਸੂਬੇ ਜਿਹੜੇ ਕਿ ਆਜ਼ਾਦ ਮੁਲਕ ਬਣੇ ਆ, ਉੱਥੋਂ ਦੇ ਜਿਹੜੇ ਬਾਗੀ ਆਗੂ ਆ, ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਆ। ਉਹ ਕਹਿੰਦੇ ਵੀ ਡੈਨਿਸ ਪੁਸ਼ਲਨ ਉਹਨਾਂ ਦਾ ਨਾਂ ਆ, ਉਹ ਕਹਿੰਦੇ ਵੀ ਰੂਸ ਨੇ ਸਾਡੀ ਕੋਈ ਮਦਦ ਨਹੀਂ ਕੀਤੀ, ਅਸੀਂ ਆਪਣੇ ਖੁਦ ਬਲਬੂਤੇ ਦੇ ਉੱਤੇ ਆਪਣਾ ਆਜ਼ਾਦ ਮੁਲਕ ਬਣਾਉਣ ਦੇ ਵਿੱਚ ਕਾਮਯਾਬ ਹੋਏ ਹਾਂ। ਜਿਹੜੀਆਂ ਗੱਲਾਂ ਉਡਾਈਆਂ ਜਾ ਰਹੀਆਂ ਕਿ ਇਸ ਥਾਂ ਦੇ ਉੱਤੇ ਰੂਸੀ ਫੌਜ ਆ ਚੁੱਕੀ ਆ, ਉਹ ਕਹਿੰਦੇ ਵੀ ਇਹ ਪੱਛਮ ਦਾ ਪ੍ਰੋਪੇਗੰਡਾ ਆ। ਦੂਜੇ ਪਾਸੇ ਗੱਲ ਕਰੀਏ ਨਾਟੋ ਦੀ, ਤਾਂ ਅਮਰੀਕਾ ਦੇ ਰਾਸ਼ਟਰਪਤੀ ਜੋਨ ਬਾਈਡਨ, ਉਹ ਕਹਿੰਦੇ ਵੀ ਅਸੀਂ ਸਖਤ ਪਾਬੰਦੀਆਂ ਲਾ ਕੇ ਰੂਸ ਨੂੰ ਉਸਦੀ ਕੀਤੀ ਦਾ ਖਮਿਆਜ਼ਾ ਜਿਹੜਾ ਭੁਗਤਾਵਾਂਗੇ। ਇਸ ਵਾਸਤੇ ਰੂਸ ਤੋਂ ਜਰਮਨੀ ਤੱਕ ਪਾਈ ਜਾ ਰਹੀ ਇੱਕ ਜਿਹੜੀ ਪਾਈਪਲਾਈਨ ਹੈ, ਜਿਹਦੇ ਉੱਤੇ ਕੰਮ ਲਗਭਗ ਮੁਕੰਮਲ ਹੋ ਚੁੱਕਾ, ਉਸ ਨੂੰ ਬੰਦ ਕਰਨ ਦੀ ਗੱਲ ਕੀਤੀ ਗਈ ਹੈ। ਉਸਦੇ ਖਾਤੇ ਜਿਹੜੇ ਆ ਉਹ ਸੀਲ ਕੀਤੇ ਜਾਣਗੇ, ਉਹਨਾਂ ਦਾ ਵਪਾਰ ਜਿਹੜਾ ਆ ਖਤਮ ਕੀਤਾ ਜਾਊਗਾ। ਜਰਮਨ, ਜਿਸ ਨੇ ਕਿ ਇਸ ਫੈਸਲੇ ਨਾਲ ਪ੍ਰਭਾਵਿਤ ਹੋਣਾ ਸੀ, ਉਹ ਵੀ ਆਪਣੇ ਸਾਥੀਆਂ ਦੇ ਨਾਲ ਡਟ ਕੇ ਖੜਾ। ਉਹ ਕਹਿੰਦੇ ਬੇਸ਼ੱਕ ਪਾਈਪਲਾਈਨ ਦਾ ਕੰਮ ਜਿਹੜਾ ਆ ਪੂਰਾ ਹੋ ਚੁੱਕਾ ਆ, ਪਰ ਅਸੀਂ ਇਸ ਨੂੰ ਪੱਕੇ ਤੌਰ ਦੇ ਉੱਤੇ ਹਾਲ ਦੀ ਘੜੀ ਰੱਦ ਕਰਦੇ ਹਾਂ, ਅਤੇ ਇਸ ਦੇ ਕਾਰਨ ਰੂਸ ਨੂੰ ਕਾਫੀ ਵੱਡੀ ਆਰਥਿਕ ਸੱਟ ਜਿਹੜੀ ਆ ਉਹ ਵੱਜ ਸਕਦੀ ਆ। ਅਤੇ ਨਾਟੋ ਫੋਰਸਿਸ ਜਿਹੜੀਆਂ ਇਸ ਗੱਲ ਦੇ ਵਾਸਤੇ ਲੋਕਾਂ ਦਾ ਮਨ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਕਿ ਰੂਸ ਨੇ ਧੱਕਾ ਕੀਤਾ ਹੈ, ਉਸ ਤੋਂ ਬਾਅਦ ਫਿਰ ਹੋਰ ਕਾਰਵਾਈ ਜਿਹੜੀ ਆ ਹੋ ਸਕਦੀ ਆ। ਸੋ ਤਰ੍ਹਾਂ ਤਰ੍ਹਾਂ ਦੀਆਂ ਸੈਂਕਸ਼ਨਸ, ਪਾਬੰਦੀਆਂ ਰੂਸ ਦੇ ਉੱਤੇ ਲਾਈਆਂ ਜਾ ਰਹੀਆਂ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਕਹਿੰਦੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਰੂਸੀ ਵਪਾਰੀ, ਰੂਸੀ ਸਿਆਸਤਦਾਨ ਜਿਹੜੇ ਆ ਉਹ ਪਾਬੰਦੀਆਂ ਦੇ ਘੇਰੇ ਵਿੱਚ ਲੈ ਕੇ ਆਵਾਂਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੂਸ ਦੀ ਕਾਰਵਾਈ ਨੂੰ
ਬਾਰੇ ਕਿਹਾ ਕਿ ਅਸਹਿਣਯੋਗ ਆ, ਇਹ ਕਦੀ ਵੀ ਪ੍ਰਵਾਨ ਨਹੀਂ ਕੀਤੀ ਜਾ ਸਕਦੀ। ਉਹਨਾਂ ਨੇ ਯੂਕਰੇਨ ਦੀ ਪ੍ਰਭੂ ਸੱਤਾ ਦੇ ਉੱਤੇ ਹਮਲਾ ਕੀਤਾ ਆ, ਤੇ ਇਸ ਕਰਕੇ ਉਹ ਕਹਿੰਦੇ ਵੀ ਜਿਹੜੇ ਵੀ ਰਸ਼ੀਅਨ ਪਾਰਲੀਮੈਂਟ ਦੇ ਵਿੱਚ ਮੈਂਬਰ ਆ ਜਿਨ੍ਹਾਂ ਨੇ ਰੂਸ ਦੇ ਇਸ ਮਤੇ ਦੀ ਪ੍ਰੋੜਤਾ ਕੀਤੀ ਆ, ਪੁਤਿਨ ਨੂੰ ਇਹ ਤਾਕਤਾਂ ਦਿੱਤੀਆਂ, ਉਹਨਾਂ ਦੇ ਉੱਤੇ ਸਖਤੀ ਕੀਤੀ ਜਾਊਗੀ, ਉਹਨਾਂ ਦਾ ਕੈਨੇਡਾ ਆਉਣਾ ਜਾਣਾ ਬੰਦ ਕੀਤਾ ਜਾਊਗਾ, ਤੇ ਨਾਲ ਦੀ ਨਾਲ ਹੋਰ ਜੋ ਪਾਬੰਦੀਆਂ ਸੰਭਵ ਹੋ ਸਕਦੀਆਂ ਉਹ ਲਾਈਆਂ ਜਾਣਗੀਆਂ। ਸੋ ਰੂਸ ਨੇ ਜੋ ਕਰਨਾ ਸੀ ਉਹ ਕਰ ਦਿੱਤਾ। ਆਪਾਂ ਸਾਰੇ ਜਾਣਦੇ ਹਾਂ ਕਿ ਉਹਨੇ ਤਾਕਤ ਦੇ ਜ਼ੋਰ ਦੇ ਉੱਤੇ ਦੋ ਸੂਬੇ ਜਿਹੜੇ ਯੂਕਰੇਨ ਦੇ ਸੀਗੇ ਉਹਨਾਂ ਦੇ ਵਿੱਚ ਬਾਗੀਆਂ ਨੂੰ ਹਮਾਇਤ ਦੇ ਕੇ ਇੱਕ ਵੱਖਰੇ ਮੁਲਕ ਦੀ ਜਿਹੜੀ ਆ ਉਹ ਸਥਾਪਨਾ ਕਰ ਦਿੱਤੀ ਆ। ਅਮਰੀਕਾ, ਕੈਨੇਡਾ, ਫਰਾਂਸ, ਜਰਮਨੀ ਵਗੈਰਾ ਜਿਹੜੇ ਹੁਣ ਆਪਣਾ ਜ਼ੋਰ ਲਾਉਣਗੇ। ਸੋ ਗੱਲ ਕੀ ਆ ਕਿ ਜਿਹੜੀ ਲੜਾਈ ਆ, ਉਹ ਜੰਗ ਆ ਜਿਹੜੀ, ਉਹ ਧਰਤੀ 'ਤੇ ਤਾਂ ਲੜੀ ਹੀ ਜਾਂਦੀ ਆ, ਨਾਲ ਦੀ ਨਾਲ ਜਿਹੜੀ ਆ ਮਨੁੱਖਾਂ ਦੇ ਦਿਮਾਗਾਂ ਵਿੱਚ ਵੀ ਲੜੀ ਜਾਂਦੀ ਆ। ਦੁਨੀਆ ਨੂੰ ਇਹ ਪਹਿਲਾਂ ਬੜਾ ਜਸਟੀਫਾਈ ਕਰਨਾ ਪੈਣਾ ਆ ਕਿ ਜੇ ਕੋਈ ਹਮਲਾ ਕੀਤਾ ਜਾਂਦਾ ਆ ਤਾਂ ਉਹ ਸਹੀ ਕੀਤਾ ਗਿਆ ਆ। ਸੋ ਰੂਸ ਆਪਣੇ ਤੌਰ ਦੇ ਉੱਤੇ ਲੋਕਾਂ ਨੂੰ ਦੱਸ ਰਿਹਾ ਕਿ ਸਾਡੇ ਨਾਲ ਇਹ ਧੱਕਾ ਕਰ ਰਹੇ ਸੀ, ਤੇ ਜਿਹੜੀਆਂ ਇਹ ਤਾਕਤਾਂ ਨੇ ਅਮਰੀਕਾ, ਕੈਨੇਡਾ ਵਗੈਰਾ ਜਿਹੜੇ ਨਾਟੋ ਮੁਲਕ ਆ, ਇਹ ਲੋਕਾਂ ਨੂੰ ਇਹ ਜਸਟੀਫਾਈ ਕਰਨ ਲੱਗੇ ਵੀ ਨਹੀਂ, ਰੂਸ ਜਿਹੜਾ ਆ ਉਹ ਯੂਕਰੇਨ ਦੇ ਵਿੱਚ ਧੱਕਾ ਕਰ ਰਿਹਾ ਸੀ। ਸੋ ਲੋਕਾਂ ਦੇ ਮਨਾਂ ਨੂੰ ਬੰਨ੍ਹਣਾ ਪੈਣਾ ਆ, ਤਾਂ ਉਹਦੀਆਂ ਕੋਸ਼ਿਸ਼ਾਂ ਜਿਹੜੀਆਂ ਆ ਦੋਨੇ ਤਰ੍ਹਾਂ ਵੱਲੋਂ ਜਾਰੀ ਆ ਕਿ ਕੌਣ ਜਿਹੜਾ ਵੱਧ ਜਿਹੜਾ ਇਹ ਮਨਾਂ ਨੂੰ ਬੰਨ੍ਹਦਾ ਆ। ਇਹਦੇ ਵਾਸਤੇ ਝੂਠ, ਤੂਫਾਨ, ਸੱਚ ਸਾਰਾ ਕੁਛ ਹੀ ਵਰਤਿਆ ਜਾਣਾ ਆ, ਪ੍ਰੋਪੇਗੰਡੇ ਵੀ ਚਲਾਏ ਜਾਣੇ ਆ, ਤਾਂ ਕਿ ਲੋਕਾਂ ਦੇ ਮਨਾਂ ਦੇ ਵਿੱਚ ਆਪਣੇ ਵਾਸਤੇ ਹਮਦਰਦੀ ਜਿਹੜੀ ਆ ਉਹ ਪੈਦਾ ਕੀਤੀ ਜਾਵੇ, ਤੇ ਉਸ ਹਿਸਾਬ ਦੇ ਨਾਲ ਫਿਰ ਗਾਂਹ ਕਾਰਵਾਈ ਹੋਣੀ ਆ। ਰੂਸ ਵੀ ਇਸ ਕੰਮ ਦਾ ਮਾਹਰ ਆ, ਤੇ ਜਿਹੜੀਆਂ ਨਾਟੋ ਫੋਰਸਿਸ ਆ ਇਹ ਵੀ ਇਸ ਕੰਮ ਦੀਆਂ ਮਾਹਰ ਆ। ਸੋ ਕੌਣ ਜ਼ਿਆਦਾ ਲੋਕਾਂ ਨੂੰ, ਦੁਨੀਆ ਨੂੰ ਪ੍ਰਭਾਵਿਤ ਕਰਦਾ, ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜੀ ਉਹ ਪਤਾ ਲੱਗੂਗਾ। ਗੱਲ ਕੈਨੇਡਾ ਦੀ ਕਰੀਏ ਤਾਂ ਕੈਨੇਡਾ ਦੇ ਵਿੱਚ ਫਰੀਡਮ ਰੈਲੀ ਜਿਹੜੀ ਬੜੀ ਚਰਚਾ ਦਾ ਵਿਸ਼ਾ ਬਣੀ ਰਹੀ ਆ। ਬੀਤੇ ਕਈ ਹਫ਼ਤਿਆਂ ਤੋਂ, ਤਕਰੀਬਨ 3 ਤੋਂ ਵੱਧ ਹਫ਼ਤੇ ਹੋ ਗਏ ਆ, ਜਦੋਂ ਮੁਜ਼ਾਹਰਾਕਾਰੀ ਜਿਹੜੇ ਆ ਪਹਿਲਾਂ ਟਰੱਕਰਸ ਦੇ ਰੂਪ ਦੇ ਵਿੱਚ ਆਟਵਾ ਪਹੁੰਚੇ। ਮੰਗਾਂ ਜਿਹੜੀਆਂ ਕਰੋਨਾ ਪਾਬੰਦੀਆਂ ਨੂੰ ਹਟਾਉਣ ਦੇ ਬਾਰੇ ਸੀ। ਉਸ ਤੋਂ ਬਾਅਦ ਦੇ ਵਿੱਚ ਮੁਜ਼ਾਹਰੇ ਹਿੰਸਕ ਹੁੰਦੇ ਚਲੇ ਗਏ, ਸਰਕਾਰ ਜਿਹੜੀ ਆ ਸਖਤੀ ਵਧਾਉਂਦੀ ਚਲੀ ਗਈ, ਤੇ ਸਮਾਂ ਇੱਦਾਂ ਦਾ ਆ ਗਿਆ ਕਿ ਸਰਕਾਰ ਵੱਲੋਂ ਐਮਰਜੈਂਸੀ ਐਕਟ ਲਾਗੂ ਕਰ ਦਿੱਤਾ ਗਿਆ। ਐਮਰਜੈਂਸੀ ਐਕਟ ਨੂੰ 7 ਦਿਨਾਂ ਦੇ ਵਿੱਚ ਮਾਨਤਾ ਦਿਵਾਉਣੀ ਪੈਂਦੀ ਆ। ਹਾਊਸ ਆਫ ਕਾਮਨਸ ਦੇ ਵਿੱਚ ਮਤਾ ਲਿਆਂਦਾ ਗਿਆ, ਲਿਬਰਲ ਤੇ NDP ਇੱਕ ਪਾਸੇ ਹੋ ਗਏ, ਕੰਜ਼ਰਵੇਟਿਵ ਤੇ ਬਲਾਕ ਕਬੈਕ ਦੂਜੇ ਪਾਸੇ ਹੋ ਗਏ, ਪਰ ਮਤਾ ਪਾਸ ਹੋ ਗਿਆ। ਹੁਣ ਟਰੂਡੋ ਸਰਕਾਰ ਦੇ ਉੱਤੇ ਦਬਾਅ ਬਹੁਤ ਸੀ, ਕਿਉਂਕਿ ਸੈਂਟਰ ਦੇ ਵਿੱਚ ਵੀ ਇਹ ਚਰਚਾ ਚੱਲ ਰਹੀ ਸੀ, ਇਹ ਧੱਕਾ ਕੀਤਾ ਗਿਆ, ਸੈਨੇਟ ਦੇ ਵਿੱਚ ਵੀ ਵੋਟ ਪੈਣੀ ਸੀ, ਤੇ ਜੇ ਸੈਨੇਟ ਦੇ ਵਿੱਚ ਟਰੂਡੋ ਸਰਕਾਰ ਜਿਹੜੀ ਆ ਉਹ ਹਾਰ ਜਾਂਦੀ ਸੀ ਇਸ ਮਤੇ ਦੇ ਉੱਤੇ, ਤਾਂ ਬਹੁਤ ਜਿਹੜਾ ਪੋਲੀਟੀਕਲ ਸੰਕਟ ਇੱਕ ਖੜਾ ਹੋ ਸਕਦਾ ਸੀ। ਇਸ ਤੋਂ ਪਹਿਲਾਂ ਕਿ ਸਾਰਾ ਕੁਛ ਇਹ ਹੁੰਦਾ, ਟਰੂਡੋ ਸਰਕਾਰ ਨੇ ਕੀ ਕੀਤਾ ਕਿ ਐਮਰਜੈਂਸੀ ਐਕਟ ਇਹ ਜਿਹੜਾ ਆ ਵਾਪਸ ਲੈ ਲਿਆ ਜਾਂ ਰੱਦ ਕਰ ਦਿੱਤਾ ਆ। ਸੋ ਗੱਲ ਕੀ ਅਸੀਂ ਕਿ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ ਕਿ ਬੇਸ਼ੱਕ ਲੋਕ ਜਿਹੜੇ ਆ ਉਹ ਕਰੋਨਾ ਪਾਬੰਦੀਆਂ ਦੇ ਖਿਲਾਫ ਮੁਜ਼ਾਹਰਾ ਕਰਨ ਵਾਲਿਆਂ ਦੇ ਹੱਕ 'ਚ ਹੋਣ ਜਾਂ ਉਹਨਾਂ ਦੇ ਵਿਰੋਧ ਦੇ ਵਿੱਚ ਹੋਣ, ਪਰ ਜਿਹੜਾ ਐਮਰਜੈਂਸੀ ਐਕਟ ਲਿਆਉਣਾ ਹੈ ਇਹਦੀ ਕੋਈ ਲੋੜ ਨਹੀਂ ਸੀ। ਇਹ ਬੇਲੋੜਾ ਜਿਹੜਾ ਇੱਕ ਕਦਮ ਚੁੱਕਿਆ ਗਿਆ ਆ, ਇੱਕ ਛੋਟੇ ਜਿਹੇ ਗਰੁੱਪ ਨੂੰ ਕੰਟਰੋਲ ਕਰਨ ਦੇ ਵਾਸਤੇ ਏਡੀ ਵੱਡੀ ਜਿਹੜੀ ਆ ਉਹ ਗੱਲ ਕਰਨ ਦੀ ਲੋੜ ਨਹੀਂ ਸੀ, ਜਿੱਦਾਂ ਕਿ ਹਊਆ ਬਣਾ ਕੇ ਟਰੂਡੋ ਸਰਕਾਰ ਵੱਲੋਂ ਪੇਸ਼ ਕੀਤਾ ਗਿਆ। ਤੇ ਸ਼ਾਇਦ ਇਹੀ ਕਾਰਨ ਹੈ ਕਿ ਹੁਣ ਉਹਨਾਂ ਨੂੰ ਜਾ ਕੇ ਕਦੇ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਲੋਕ ਜਿਹੜੇ ਵਿਰੋਧ ਕਰ ਰਹੇ ਆ, ਤੇ ਉਹਨਾਂ ਨੂੰ ਇਹ ਅੱਜ ਐਮਰਜੈਂਸੀ ਐਕਟ ਵਾਪਸ ਲੈਣਾ ਪਿਆ ਆ, ਕਿਉਂਕਿ ਡੈਮੋਕ੍ਰੇਸੀਜ਼ ਦੇ ਵਿੱਚ ਇਹੋ ਜਿਹੇ ਕਾਲੇ ਕਾਨੂੰਨ ਜਿਹੜੇ ਆ ਨਹੀਂ ਚੱਲਦੇ। ਲੋਕ ਜਿਹੜੇ ਆ ਖੁੱਲ੍ਹ ਕੇ ਵਿਰੋਧ ਕਰਦੇ ਆ, ਤੇ ਇਸ ਮਾਮਲੇ ਵਿੱਚ ਵੀ ਵਿਰੋਧ ਕਾਫੀ ਤੇਜ਼ ਸੀਗਾ। ਟਰੂਡੋ ਸਰਕਾਰ ਨੂੰ ਇਸ ਮੂਹਰੇ ਝੁਕਣਾ ਪਿਆ। ਇਸ ਦੇ ਨਾਲ ਹੀ ਅਮਰੀਕਾ ਤੋਂ ਵੀ ਖਬਰਾਂ ਆ ਰਹੀਆਂ ਕਿ ਉੱਥੇ ਵੀ ਫਰੀਡਮ ਰੈਲੀ ਕੱਢੀ ਜਾ ਰਹੀ ਆ। ਵਾਸ਼ਿੰਗਟਨ DC ਦੇ ਵਿੱਚ ਜਦੋਂ 1 ਮਾਰਚ ਨੂੰ ਰਾਸ਼ਟਰਪਤੀ ਜੋ ਬਾਈਡਨ ਨੇ ਸੰਬੋਧਨ ਕਰਨਾ, ਤਾਂ ਅਮਰੀਕਾ ਦੇ ਅੱਡ-ਅੱਡ ਸੂਬਿਆਂ 'ਚੋਂ ਟਰੱਕਰ ਜਿਹੜੇ ਇਕੱਠੇ ਹੋ ਕੇ ਉੱਧਰ ਨੂੰ ਤੁਰ ਪਏ ਆ। ਤੇ ਦੂਜੇ ਪਾਸੇ ਪੈਂਟਾਗਨ ਨੇ 700 ਨੈਸ਼ਨਲ ਗਾਰਡ ਦੀ ਤੈਨਾਤੀ ਨੂੰ ਮਨਜ਼ੂਰੀ ਦੇ ਦਿੱਤੀ ਆ, ਤੇ ਨਾਲ ਇਹ ਸਪਸ਼ਟ ਵੀ ਕਰ ਦਿੱਤਾ ਹੈ ਕਿ ਇਹ ਨੈਸ਼ਨਲ ਗਾਰਡ ਜਿਹੜੇ ਆ ਇਹ ਹਥਿਆਰ ਰਹਿਤ ਹੋਣਗੇ। ਇਹਨਾਂ ਦਾ ਕੰਮ ਟ੍ਰੈਫਿਕ ਨੂੰ ਕੰਟਰੋਲ ਕਰਨਾ, ਤੇ ਜਿਹੜੇ ਆ ਰਹੇ ਮੁਜ਼ਾਹਰਾਕਾਰੀ ਆ ਉਹਨਾਂ ਨੂੰ ਕੋਆਪਰੇਟ ਕਰਨਾ ਹੋਣਾ ਆ, ਨਾ ਕਿ ਉਹਨਾਂ ਨੂੰ ਰੋਕਣਾ ਆ। ਉਹ ਕਹਿੰਦੇ ਇੱਥੇ ਮੁਜ਼ਾਹਰਾ ਕਰਨ ਦਾ ਹਰੇਕ ਨੂੰ ਹੱਕ ਆ, ਤੇ ਇਹ ਮੁਜ਼ਾਹਰਾ ਜਿਹੜਾ ਅਸੀਂ ਉਮੀਦ ਕਰਦੇ ਹਾਂ ਕਿ ਸ਼ਾਂਤਮਈ ਹੋਊਗਾ, ਤੇ ਜਿਵੇਂ ਮੁਜ਼ਾਹਰੇ ਜਿਹੜੇ ਆ ਆਪਣੀ ਗੱਲ ਕਹਿਣ ਲਈ ਰੱਖੇ ਜਾਂਦੇ ਆ ਉਹੋ ਜਿਹੀ ਹੋਣਗੇ। ਇਹਦੇ ਵਿੱਚ ਹਿੰਸਾ ਦੀ ਕੋਈ ਵੀ ਗੱਲ ਜਿਹੜੀ ਆ ਨਹੀਂ ਹੋਊਗੀ। ਸੋ ਇਹ ਪੈਂਟਾਗਨ ਵੱਲੋਂ ਕਲੀਅਰ ਕਰ ਦਿੱਤਾ ਗਿਆ ਆ। ਇਸ ਦੇ ਨਾਲ ਹੀ ਜਿਹੜੇ ਬਹੁਤ ਸਾਰੇ ਹੋਰ ਸਿਆਸਤਦਾਨ ਆ ਉਹ ਟਰੂਡੋ ਨੂੰ ਨਿਸ਼ਾਨੇ ਦੇ ਉੱਤੇ ਲੈ ਰਹੇ ਸੀ। ਉਹਨਾਂ ਵਿੱਚ ਕੰਜ਼ਰਵੇਟਿਵ ਸਿਆਸਤਦਾਨ ਖਾਸ ਕਰਕੇ ਜਿਹੜੇ ਸੀ, ਉਹਨਾਂ ਵੱਲੋਂ ਵੀ ਤੇ ਹੋਰ ਬਹੁਤ ਸਾਰੇ ਲੋਕਾਂ ਵੱਲੋਂ ਟਰੂਡੋ ਦਾ ਵਿਰੋਧ ਕੀਤਾ ਗਿਆ। ਉਹ ਕਹਿੰਦੇ ਵੀ ਇਹ ਐਮਰਜੈਂਸੀ ਐਕਟ ਲਿਆ ਕੇ ਕੈਨੇਡੀਅਨ ਲੋਕਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਗਿਆ ਆ। ਜਿਹੜੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਕਿਸੇ ਸਰਕਾਰ ਨੂੰ ਲਾਅ ਐਂਡ ਆਰਡਰ ਕਾਇਮ ਰੱਖਣ ਦੇ ਵਾਸਤੇ, ਉਹ ਪੁਲਿਸ ਕੋਲ, ਅਦਾਲਤਾਂ ਦੇ ਕੋਲ ਅਧਿਕਾਰ ਪਹਿਲਾਂ ਹੀ ਮੌਜੂਦ ਸੀਗੇ। ਇਹ ਇੱਕ ਐਮਰਜੈਂਸੀ ਐਕਟ ਦਾ ਹਊਆ ਖੜਾ ਕੀਤਾ ਗਿਆ ਆ। ਚੰਗੀ ਗੱਲ ਹੈ ਕਿ ਅੱਜ ਇਹ ਵਾਪਸ ਲੈ ਲਿਆ ਗਿਆ ਆ, ਤੇ ਅਦਰਵਾਈਜ਼ ਜਿਹੜਾ ਟਰੂਡੋ ਸਰਕਾਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਾਰਨ ਪੋਲੀਟੀਕਲ ਖਮਿਆਜ਼ਾ ਵੀ ਭੁਗਤਣਾ ਪੈ ਸਕਦਾ ਸੀ, ਤੇ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਸੀ।
ਗੱਲ ਕਰੀਏ ਭਾਰਤ ਦੀ, ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਉੱਤੇ ਹਮਲੇ ਜਿਹੜੇ ਆ ਆਪਾਂ ਜਾਣਦੇ ਹਾਂ ਕਿ ਲੰਮੇ ਸਮੇਂ ਤੋਂ ਚੱਲਦੇ ਆਏ ਆ, ਤੇ ਇਹ ਜਿਹੜੇ ਸਿੱਧੇ ਅਤੇ ਅਸਿੱਧੇ ਹਮਲੇ ਹੁੰਦੇ ਆ। ਕਰਨਾਟਕ ਭਾਰਤ ਦਾ ਇੱਕ ਸੂਬਾ ਆ, ਉੱਥੇ ਮੁਸਲਮਾਨ ਲੜਕੀਆਂ ਦੇ ਹਿਜਾਬ ਪਹਿਨ ਕੇ ਕਾਲਜਾਂ ਵਿੱਚ ਆਉਣ ਦੇ ਉੱਤੇ ਪਾਬੰਦੀ ਲਾਈ ਗਈ ਸੀ, ਜਿਸ ਕਾਰਨ ਬੀਤੇ ਕੁਝ ਹਫ਼ਤਿਆਂ ਤੋਂ ਵਿਵਾਦ ਕਾਫੀ ਗਰਮਾਇਆ ਰਿਹਾ ਆ। ਸਿੱਖ ਵਿਦਵਾਨ ਜਿਹੜੇ ਪੰਥਕ ਚਿੰਤਕ ਨੇ ਉਹ ਉਸੇ ਦਿਨ ਤੋਂ ਸੋਚ ਰਹੇ ਸੀ ਵੀ ਇਹ ਗੱਲ ਜਿਹੜੀ ਇੱਥੇ ਰੁਕਣੀ ਨਹੀਂ ਹੈਗੀ, ਜਿਹੜੀ ਗੱਲ ਹਿਜਾਬ ਦੇ ਉੱਤੇ ਵਿਰੋਧ ਦੀ ਹੋ ਰਹੀ ਹੈ ਇਹਨੇ ਕਿਤੇ ਨਾ ਕਿਤੇ ਜਾ ਕੇ ਦਸਤਾਰ ਤੇ ਪਾਬੰਦੀ ਦੀ ਗੱਲ ਵੀ ਜਿਹੜੀ ਆ ਤੋਰਨੀ ਆ। ਤੇ ਉਹੀ ਕੁਛ ਹੋਇਆ ਕਿ ਬੰਗਲੌਰ ਦੇ ਵਿੱਚ ਇੱਕ ਸਿੱਖ ਵਿਦਿਆਰਥਣ ਜੋ ਕਿ ਕੇਸਕੀ ਸਜਾਉਂਦੀ ਆ, ਅਮਿਤੇਸ਼ਵਰ ਕੌਰ, ਉਹਨੂੰ ਕਾਲਜ ਦੇ ਪ੍ਰਬੰਧਕਾਂ ਨੇ ਕਿਹਾ ਕਿ ਜੇਕਰ ਤੁਸੀਂ ਕਾਲਜ ਆਉਣਾ ਆ ਤਾਂ ਤੁਹਾਨੂੰ ਕੇਸਕੀ ਲਾਹ ਕੇ ਆਉਣਾ ਪੈਣਾ। ਸੋ ਇਸ ਗੱਲ ਦਾ ਹੁਣ ਕਾਫੀ ਜਿਹੜਾ ਵਿਵਾਦ ਬਣਿਆ ਹੋਇਆ, ਇਸ ਨੂੰ ਨਾਦਰਸ਼ਾਹੀ ਫਰਮਾਨ ਸਮਝਿਆ ਜਾ ਰਿਹਾ ਕਿ ਇੱਕ ਪਾਸੇ ਤਾਂ ਭਾਰਤ ਦੀ ਸਰਕਾਰ, ਮੋਦੀ ਹੁਣੀ ਪ੍ਰਧਾਨ ਮੰਤਰੀ ਸਿੱਖਾਂ ਦੀਆਂ ਸਿਫਤਾਂ ਕਰਦਿਆਂ ਸਾਹ ਨਹੀਂ ਲੈਂਦੇ ਵੀ ਮੈਂ ਇਹਨਾਂ ਦਾ ਸਤਿਕਾਰ ਬਹੁਤ ਕਰਦਾ, ਉੱਤੇ ਭਾਰਤ ਦੇ ਹੋਰਨਾਂ ਸੂਬਿਆਂ ਦੇ ਵਿੱਚ ਉਹਨਾਂ ਦੀ ਦਸਤਾਰ ਦੇ ਉੱਤੇ ਵੀ ਪਾਬੰਦੀਆਂ ਲਾਈਆਂ ਜਾ ਰਹੀਆਂ। ਇੱਕ ਪਾਸੇ ਅਮਰੀਕਾ, ਕੈਨੇਡਾ, ਇੰਗਲੈਂਡ ਵਰਗੇ ਮੁਲਕਾਂ ਜਿੱਥੇ ਕਿ ਦਸਤਾਰਾਂ ਕੇਸਕੀਆਂ ਸਜਾ ਕੇ ਵੱਡੀਆਂ ਤੋਂ ਵੱਡੀਆਂ ਜੋਬਾਂ ਜਿਹੜੀਆਂ ਔਰਤਾਂ ਮਰਦ ਕਰ ਰਹੇ ਆ, ਸੁਪਰੀਮ ਕੋਰਟ ਦੇ ਜੱਜ ਤੱਕ ਬਣੀਆਂ ਔਰਤਾਂ ਕੇਸਕੀ ਸਜਾ ਕੇ, ਤੇ ਇੱਕ ਭਾਰਤ ਆ ਜਿਹੜਾ ਕਿ ਕਹਿੰਦਾ ਅਸੀਂ ਹਾਂ ਇਹ ਸਿੱਖ ਨਾਲ ਰੱਖਣੇ ਆ, ਸਿੱਖ ਸਾਡੇ ਆ, ਤੇ ਉੱਥੇ ਹੁਣ ਕੇਸਕੀ ਤੇ ਪਾਬੰਦੀ ਦੀ ਗੱਲ ਵੀ ਜਿਹੜੀ ਆ ਚੱਲਣ ਲੱਗ ਪਈ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਰਨਾਟਕ ਦੀਆਂ ਜਿਹੜੀਆਂ ਸਿੱਖ ਸੰਸਥਾਵਾਂ ਆ ਉਹ ਇਸ ਮਸਲੇ ਨੂੰ ਹੱਲ ਕਰਨ ਦੇ ਵਾਸਤੇ ਗੱਲਬਾਤ ਦਾ ਜਿਹੜਾ ਦੌਰ ਆ ਚਲਾ ਚੁੱਕੀਆਂ ਆ। ਉਮੀਦ ਹੈ ਕਿ ਇਸ ਸੰਬੰਧੀ ਜਿਹੜਾ ਹੱਲ ਆ ਆਉਣ ਵਾਲੇ ਦਿਨਾਂ ਵਿੱਚ ਨਿਕਲ ਆਉਣਾ। ਸੋ ਗੱਲ ਇਹ ਆ ਕਿ ਜੇ ਰੌਲਾ ਪਿਆ ਆ, ਇਹ ਜੇ ਕੇਸਕੀ ਤੇ ਪਾਬੰਦੀ ਲਾਈ ਗਈ ਆ, ਜੇ ਬੀਤੇ ਦੇ ਵਿੱਚ ਕੜੇ ਲਹਾਏ ਜਾਂਦੇ ਆ ਕਿਤੇ ਪ੍ਰੀਖਿਆ ਦੇਣ ਵੇਲੇ, ਜਾਂ ਹੋਰ ਦਸਤਾਰ ਦੇ ਉੱਤੇ ਪਾਬੰਦੀ ਦੀ ਗੱਲ ਚੱਲਦੀ ਹੈ, ਤਾਂ ਮਤਲਬ ਕਿਤੇ ਨਾ ਕਿਤੇ ਮਨਾਂ ਦੇ ਵਿੱਚ ਗੱਲ ਹੈਗੀ ਆ, ਇੱਕ ਸੋਚ ਆ ਜਿਹੜੀ ਉਹ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਦਸਤਾਰ ਹੈਗੀ ਆ ਕਿਤੇ ਨਾ ਕਿਤੇ। ਬੇਸ਼ੱਕ ਪੋਲੀਟੀਕਲ ਕਾਰਨਾਂ ਕਰਕੇ ਜਾਂ ਸਿੱਖਾਂ ਦੇ ਦਬਾਅ ਕਾਰਨ ਦੁਨੀਆ ਪੱਧਰ ਦੇ ਉੱਤੇ ਅੱਜ ਸਰਕਾਰਾਂ ਜਿਹੜੀਆਂ ਇਸ ਗੱਲ ਨੂੰ ਲੈ ਕੇ ਮੰਨ ਜਾਣ ਵੀ ਨਹੀਂ ਜੀ ਹਿਜਾਬ ਦੇ ਉੱਤੇ ਪਾਬੰਦੀ ਆ, ਦਸਤਾਰ ਦੇ ਉੱਤੇ ਪਾਬੰਦੀ ਨਹੀਂ ਹੈਗੀ, ਪਰ ਇਹ ਗੱਲ ਕਿਤੇ ਨਾ ਕਿਤੇ ਜ਼ਰੂਰ ਹੈ ਕਿ ਜਿਹੜੇ ਭਾਰਤ ਦੇ ਵਿੱਚ ਹਿੰਦੂ ਰਾਸ਼ਟਰ ਵੱਲ ਵੱਧਦੇ ਕਦਮ ਆ ਉਹਨਾਂ ਨੂੰ ਹਿਜਾਬ, ਦਸਤਾਰ ਤੇ ਹੋਰ ਧਰਮਾਂ ਦੇ ਜਿਹੜੇ ਚਿੰਨ੍ਹ ਆ ਉਹ ਚੁੱਭਦੇ ਆ, ਉਹਨਾਂ ਦੀ ਨਜ਼ਰ ਦੇ ਵਿੱਚ ਆ। ਇਹ ਖੁੱਲ੍ਹ ਕੇ ਗੱਲ ਸਾਹਮਣੇ ਆ ਗਈ ਆ। ਹੁਣ ਬੇਸ਼ੱਕ ਇਹਨੂੰ ਲੁਕਾਉਣ ਦੇ ਵਾਸਤੇ ਬਥੇਰੇ ਇਹਨੂੰ ਵਾਪਸ ਲਿਆ ਜਾਊਗਾ ਫੈਸਲਿਆਂ ਨੂੰ, ਪਰ ਜਿਹੜਾ ਮਨਾਂ ਦੇ ਵਿੱਚ ਗੱਲ ਕੀ ਆ ਉਹਨਾਂ ਦੇ, ਇਹ ਸਮਝ ਲੈਣੀ ਜਿਹੜੀ ਆ ਉਹ ਜ਼ਰੂਰੀ ਆ। ਇਸੇ ਤਰ੍ਹਾਂ ਆਪਾਂ ਗੱਲ ਕਰਾਂਗੇ ਅੰਮ੍ਰਿਤਸਰ ਜੇਲ੍ਹ ਦੀ। ਅੰਮ੍ਰਿਤਸਰ ਜੇਲ੍ਹ ਦੇ ਵਿੱਚ ਇੱਕ ਬੁੱਚੜ ਪੁਲਿਸ ਅਧਿਕਾਰੀ ਜਿਹੜਾ ਕੈਦ ਆ, ਨਾਂ ਹੈਗਾ ਉਹਦਾ ਸੂਬਾ ਸਿੰਘ। ਇਸ ਬੁੱਚੜ ਅਧਿਕਾਰੀ ਨੇ ਆਪਣੇ ਸਮੇਂ ਦੇ ਵਿੱਚ 1990ਵਿਆਂ ਦੇ ਵਿੱਚ ਜਿੱਥੇ ਜਿੱਥੇ ਵੀ ਤੈਨਾਤ ਰਿਹਾ ਬਹੁਤ ਜ਼ੁਲਮ ਕੀਤੇ ਆ। ਬਾਬਾ ਚਰਨ ਸਿੰਘ ਕਾਰ ਸੇਵਾ ਵਾਲੇ, ਉਹਨਾਂ ਨੂੰ 2 ਜੀਪਾਂ ਦੇ ਵਿਚਾਲੇ ਰੱਖ ਕੇ ਪਾੜ ਦਿੱਤਾ ਗਿਆ ਸੀਗਾ, ਤੇ ਉਸ ਪੁਲਿਸ ਟੀਮ ਦਾ ਵੀ ਇਹ ਹਿੱਸਾ ਸੀਗਾ। ਇਸ ਤੋਂ ਇਲਾਵਾ ਮਾਝੇ ਦੇ ਇਲਾਕੇ ਵਿੱਚ ਬੜਾ ਬਦਨਾਮ ਰਿਹਾ ਇਹ ਸੂਬਾ ਸਿੰਘ, ਪੁਲਿਸ ਇੰਸਪੈਕਟਰ ਰਿਹਾ ਕਿ ਇਸ ਨੇ ਬਹੁਤ ਸਾਰੇ ਨੌਜਵਾਨ ਜਿਹੜੇ ਆ ਜੇਲ੍ਹਾਂ ਵਿੱਚੋਂ ਜ਼ਮਾਨਤ 'ਤੇ ਆਏ ਹੋਏ ਜਾਂ ਰਿਹਾ ਹੋ ਕੇ ਆਏ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਖਪਾਏ ਹੈਗੇ ਆ। ਇੱਕ ਅਜਿਹੇ ਹੀ ਮਾਮਲੇ ਦੇ ਵਿੱਚ ਇਸ ਨੂੰ ਜੇਲ੍ਹ ਹੋ ਗਈ ਸੀਗੀ, ਅਦਾਲਤ ਦੇ ਵਿੱਚ ਪਰਿਵਾਰ ਚਲੇ ਗਿਆ। 6 ਪੁਲਿਸ ਅਧਿਕਾਰੀਆਂ ਨੂੰ ਕੈਦ ਹੋਈ ਹੈ, ਜਿਹਦੇ ਵਿੱਚ ਸੂਬਾ ਸਿੰਘ ਵੀ ਸ਼ਾਮਲ ਆ, ਪਿਛਲੇ ਕੁਝ ਸਾਲਾਂ ਤੋਂ ਅੰਦਰ ਆ। ਹੁਣ ਜੇਲ੍ਹ ਦੇ ਵਿੱਚ ਹੀ ਇਹਦੇ ਉੱਤੇ ਕਾਤਲਾਨਾ ਹਮਲਾ ਹੋਣ ਦੀ ਗੱਲ ਜਿਹੜੀ ਆ ਅੱਜ ਸਾਹਮਣੇ ਆ ਰਹੀ ਆ, ਤੇ ਪਤਾ ਲੱਗਾ ਕਿ ਇਹ ਕਾਤਲਾਨਾ ਹਮਲਾ ਕਰਨ ਵਾਲਾ ਤੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਵਾਲਾ ਜਿਹੜਾ ਨੌਜਵਾਨ ਆ ਉਹ ਪ੍ਰਭ ਗਿੱਲ ਦੱਸਿਆ ਜਾ ਰਿਹਾ, ਜੋ ਕਿ ਆਪ ਇੱਕ ਖੁਦ ਸ਼ਹੀਦ ਪਰਿਵਾਰ ਦੇ ਨਾਲ ਸੰਬੰਧਿਤ ਆ। ਆਪਾਂ ਜਾਣਦੇ ਹਾਂ ਕਿ ਜੇਲ੍ਹ ਦੇ ਵਿੱਚ ਹੀ ਵੱਡੇ ਪੁਲਿਸ ਕੈਡ ਅਜੀਤ ਸਿੰਘ ਪੂਲਾ ਅਤੇ ਇਸੇ ਤਰ੍ਹਾਂ ਡੇਰਾ ਪ੍ਰੇਮੀ, ਜਿਹਦੇ ਉੱਤੇ ਬੇਅਦਬੀਆਂ ਦੇ ਦੋਸ਼ ਲੱਗੇ ਸੀ, ਜੇਲ੍ਹ ਵਿੱਚ ਸੀ, ਬਿੱਟੂ, ਉਹਦਾ ਕਤਲ ਕੀਤਾ ਗਿਆ ਸੀ, ਉਹਨੂੰ ਸੋਧਾ ਲਾਇਆ ਗਿਆ ਸੀਗਾ। ਸੋ ਉਸੇ ਤਰਜ਼ ਦੇ ਉੱਤੇ ਜਿਹੜੇ ਪੀੜਤ ਜਿਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਵੱਲੋਂ ਫਿਰ ਅਜਿਹੇ ਬੁੱਚੜਾਂ ਨੂੰ ਸਬਕ ਸਿਖਾਉਣ ਦੇ ਵਾਸਤੇ ਜੇਲ੍ਹਾਂ ਦੇ ਵਿੱਚ ਜਿਹੜੇ ਬਦਲੇ ਲਏ ਜਾਂਦੇ ਆ। ਸੂਬਾ ਸਿੰਘ ਸਾਬਕਾ ਪੁਲਿਸ ਇੰਸਪੈਕਟਰ ਜਿਹੜਾ ਜੀ, ਹਾਲ ਦੀ ਘੜੀ ਉਹਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਆ। ਗੱਲ ਕਰੀਏ ਪੰਜਾਬ ਵਿਧਾਨ ਸਭਾ ਚੋਣਾਂ ਦੀ। ਪੰਜਾਬ ਵਿਧਾਨ ਸਭਾ ਚੋਣਾਂ 20 ਫਰਵਰੀ ਨੂੰ ਹੋ ਚੁੱਕੀਆਂ। 10 ਮਾਰਚ ਨੂੰ ਜਿਹੜੇ ਨਤੀਜੇ ਆ ਉਹ ਆਉਣੇ ਆ। ਹਾਲੇ ਵੀ ਕੋਈ ਸਰਵੇਖਣ ਬਾਹਰ ਨਹੀਂ ਆ ਰਿਹਾ, ਕੋਈ ਜਿਹੜੇ ਐਗਜ਼ਿਟ ਪੋਲ ਸੀਗੇ ਉਹ ਕੋਈ ਰਾਹ ਨਹੀਂ ਦਿਖਾ ਰਹੇ। ਲੀਡਰ ਜਿਹੜੇ ਅੱਗੇ ਦਮ ਗਜੇ ਮਾਰਦੇ ਹੁੰਦੇ ਆ ਵੀ ਸਾਡੀ ਪਾਰਟੀ ਜਿੱਤੀ ਪਈ ਆ, ਉਹ ਵੀ ਚੁੱਪ-ਚਾਪ ਦੇਖ ਰਹੇ ਵੀ ਪਤਾ ਨਹੀਂ ਐਤਕੀ ਸੱਪ ਕਿਹੜੇ ਪਾਸਿਓਂ ਜਿਹੜਾ ਨਿਕਲ ਆਉਣਾ ਆ। ਦੂਜੇ ਪਾਸੇ ਜਿਹੜੀ ਇਹਨਾਂ ਉਮੀਦਵਾਰਾਂ ਦੀ ਕਿਸਮਤ ਆ ਉਹ EVM ਇਲੈਕਟ੍ਰਿਕ ਵੋਟਿੰਗ ਮਸ਼ੀਨਸ ਦੇ ਵਿੱਚ ਜਿਹੜੀ ਆ ਉਹ ਆਪਾਂ ਜਾਣਦੇ ਆ ਕਿ ਪਈ ਆ। ਪੰਜਾਬ ਦੇ ਵਿੱਚ 66 ਥਾਂ ਦੇ ਉੱਤੇ ਇਹ EVM ਜਿਹੜੀਆਂ ਵੋਟਿੰਗ ਕਰਨ ਵਾਲੀਆਂ ਮਸ਼ੀਨਾਂ ਆ ਉਹ ਸਾਂਭ ਕੇ ਰੱਖੀਆਂ ਗਈਆਂ ਆ, ਤੇ ਹੁਣ ਦੋਸ਼ ਲਾਏ ਜਾ ਰਹੇ ਆ ਕਿ ਕਈ ਥਾਈਂ ਨਿਗਰਾਨੀ ਦੀ ਘਾਟ ਆ, ਇਹ ਵੈਸੇ ਹੀ ਪਈਆਂ ਆ। ਪਟਿਆਲਾ ਤੇ ਕੁਝ ਹੋਰ ਇਲਾਕੇ ਤੋਂ ਜਿਹੜੀਆਂ ਖਬਰਾਂ ਆਈਆਂ ਕਿ ਇਹਨਾਂ ਦੀ ਨਿਗਰਾਨੀ ਪ੍ਰੋਪਰ ਹੈ ਨਹੀਂ, ਤੇ ਇਹਨਾਂ ਨੂੰ ਛੇੜਛਾੜ ਕੀਤੀ ਜਾ ਸਕਦੀ ਆ।
ਹੁਣ ਆਮ ਆਦਮੀ ਪਾਰਟੀ ਦੇ ਕੋ ਇੰਚਾਰਜ ਰਾਘਵ ਚੱਡਾ ਨੇ ਇਸ ਸੰਬੰਧੀ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਆ ਤੇ ਨਾਲ ਖਦਸ਼ਾ ਪ੍ਰਗਟਾਇਆ ਕਿ ਮਸ਼ੀਨਾਂ ਦੇ ਵਿੱਚ ਛੇੜਛਾੜ ਹੋ ਸਕਦੀ ਆ, ਜਿਸ ਕਰਕੇ ਉਹ ਬੜੇ ਚਿੰਤਾ ਦੇ ਵਿੱਚ ਆ। ਗੱਲ ਹਰੇਕ ਹੀ ਬੰਦਾ ਸੋਚਦਾ ਆ ਕਿ ਹੁਣ ਵੋਟਾਂ ਹੋ ਗਈਆਂ, ਕਿਸਮਤ ਜਿਹੜੀ ਆ ਉਹ ਮਸ਼ੀਨਾਂ ਦੇ ਵਿੱਚ ਬੰਦ ਆ, ਤੇ ਜੇ ਮਸ਼ੀਨਾਂ ਦੇ ਵਿੱਚ ਛੇੜਛਾੜ ਹੋ ਗਈ, ਰਿਜ਼ਲਟ ਜਿਹੜੇ ਇੱਧਰ ਉੱਧਰ ਹੋ ਗਏ, ਤਾਂ ਫਿਰ ਲੋਕਾਂ ਵੱਲੋਂ ਵੋਟਾਂ ਪਾਈਆਂ ਜਾਂ ਫਤਵੇ ਦਿੱਤੇ ਦਾ ਕੀ ਫਾਇਦਾ। ਇਸ ਕਰਕੇ ਇਹ EVMs ਮਸ਼ੀਨਾਂ ਜਿਹੜੀਆਂ ਆ ਉਹਨਾਂ ਦੇ ਉੱਤੇ ਪੂਰੀ ਨਿਗਰਾਨੀ ਰੱਖਣ ਦੀ ਮੰਗ ਜਿਹੜੀ ਆ ਉਹ ਕੀਤੀ ਜਾ ਰਹੀ ਆ। ਸੋ ਕੀ ਇਹ ਮਸ਼ੀਨਾਂ ਜਿਹੜੀਆਂ ਆ ਹੈਕ ਕੀਤੀਆਂ ਜਾ ਸਕਦੀਆਂ, ਕੀ ਇਹਨਾਂ ਦੇ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ, ਨਤੀਜੇ ਬਦਲੇ ਜਾ ਸਕਦੇ ਆ, ਔਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਆ। ਹੁਣ ਕੋਈ ਵੀ ਪਾਰਟੀ ਜਿਹੜੀ ਇਹ ਕਹਿਣ ਨੂੰ ਰਾਜੀ ਨਹੀਂ ਕਿ ਸਾਨੂੰ ਵੋਟਿੰਗ ਮਸ਼ੀਨਾਂ ਦੇ ਉੱਤੇ ਯਕੀਨ ਨਹੀਂ, ਪਰ ਜਦੋਂ ਵੀ ਨਤੀਜੇ ਆ ਜਾਣੇ ਆ, ਜਿਹੜੇ ਹਾਰ ਗਏ ਉਹਨਾਂ ਨੇ ਜ਼ਰੂਰ ਇਹ ਗੱਲ ਕਹਿਣੀ ਹੁੰਦੀ ਹੈ ਕਿ ਮਸ਼ੀਨਾਂ ਦੇ ਵਿੱਚ ਹੇਰਾਫੇਰੀ ਜਿਹੜੀ ਆ ਉਹ ਹੋ ਗਈ ਆ। ਸੋ ਹੇਰਾਫੇਰੀ ਨਾ ਹੋਵੇ, ਇਸ ਵਾਸਤੇ ਨਿਗਰਾਨੀ ਦੀ ਮੰਗ ਹੁਣ ਕੀਤੀ ਗਈ ਆ। ਜਦੋਂ ਹੁਣ ਚੋਣਾਂ ਹੋ ਹਟੀਆਂ ਆ ਤਾਂ ਨਾਲੇ ਹੀ ਪਾਰਟੀਆਂ ਜਿਹੜੀਆਂ ਆ ਉਹ ਆਪਣੇ ਉਹਨਾਂ ਦਾਗੀ ਜਿਹੜੇ ਆਗੂਆਂ ਦੀ ਸਫਾਈ ਕਰਨ ਵੱਲ ਤੁਰ ਪਈਆਂ, ਜਿਨ੍ਹਾਂ ਨੇ ਚੋਣਾਂ ਦੇ ਵਿੱਚ ਵਿਰੋਧੀ ਧਿਰ ਦਾ ਸਾਥ ਦਿੱਤਾ ਜਾਂ ਪਾਰਟੀ ਦੇ ਉਲਟ ਚੱਲੇ ਆ, ਉਮੀਦਵਾਰਾਂ ਨੂੰ ਹਰਾਉਣ ਦੇ ਵਾਸਤੇ ਕੋਸ਼ਿਸ਼ਾਂ ਕੀਤੀਆਂ ਆ। ਇਹਨਾਂ ਦੇ ਵਿੱਚ ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕੁਝ ਜਿਹੜੇ ਲੋਕ ਮੋਗਾ ਹਲਕੇ ਨਾਲ ਸੰਬੰਧਿਤ ਆ, ਸਾਬਕਾ ਆਗੂ ਵਿਧਾਇਕ ਜੋਗਿੰਦਰਪਾਲ ਜੈਨ, ਉਹਨਾਂ ਦੇ ਬੇਟੇ ਅਕਸ਼ਿਤ ਜੈਨ, ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ ਜਿਹੜੇ ਆ ਜਗਦੀਪ ਸਿੰਘ ਗਟਰਾ, ਪ੍ਰਗਟ ਸਿੰਘ ਕੋਰੇ ਵਾਲਾ ਤੇ ਕੁਝ ਹੋਰ ਨੂੰ ਜਿਹੜਾ ਪਾਰਟੀ ਦੇ ਵਿੱਚੋਂ ਚੱਲਦਾ ਕਰ ਦਿੱਤਾ। ਦੋਸ਼ ਉਹਨਾਂ ਦੇ ਉੱਤੇ ਇਹੀ ਲਾਏ ਗਏ ਆ ਕਿ ਇਹਨਾਂ ਨੇ ਕਾਂਗਰਸ ਉਮੀਦਵਾਰ ਦੇ ਹੱਕ ਦੇ ਵਿੱਚ ਕੰਮ ਕੀਤਾ ਆ, ਤੇ ਦੂਜੇ ਪਾਸੇ ਜਿਹੜੇ ਜੈਨ ਪਰਿਵਾਰ ਆ ਉਹਨਾਂ ਉੱਤੇ ਦੋਸ਼ ਨੇ ਕਾਂਗਰਸ ਉਮੀਦਵਾਰ ਦੇ ਹੱਕ 'ਚ ਪ੍ਰਚਾਰ ਕੀਤਾ, ਤੇ ਜਿਹੜਾ ਯੂਥ ਪ੍ਰਧਾਨ ਜਗਦੀਪ ਸਿੰਘ ਗਟਰਾ ਆ ਉੱਤੇ ਦੋਸ਼ ਇਹ ਲਾਇਆ ਕਿ ਇਹਨੇ ਬਾਘਾ ਪੁਰਾਣਾ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਦੇ ਉਲਟ ਜਾ ਕੇ ਜ਼ੋਰ ਲਾਇਆ ਜੀ। ਕਾਂਗਰਸ ਨੇ ਵੀ ਜਲੰਧਰ ਦੇ ਵਿੱਚ 4-5 ਜਿਹੜੇ ਆਪਣੇ ਅਜਿਹੇ ਆਗੂ ਜਿਹੜੇ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤੇ ਆ। ਜਦੋਂ ਇਹ ਗੱਲਬਾਤ ਸਾਰੀ ਚੱਲ ਰਹੀ ਹੈ ਤੇ ਨਾਲ ਹੀ ਅੰਮ੍ਰਿਤਸਰ ਪੂਰਬੀ ਇਲਾਕੇ ਦੇ ਵਿੱਚ ਵੀ ਗਰਮਾ ਗਰਮੀ ਵੱਧ ਗਈ ਆ। ਗੁਰਜੀਤ ਸਿੰਘ ਔਜਲਾ ਜਿਹੜੇ ਕਿ ਅੰਮ੍ਰਿਤਸਰ ਤੋਂ MP ਆ, ਉਹ ਨਵਜੋਤ ਸਿੰਘ ਸਿੱਧੂ ਦੀ ਬੋਲਬਾਣੀ ਦੇ ਉੱਤੇ ਇਤਰਾਜ਼ ਕਰ ਰਹੇ ਆ। ਸੋ ਨਵਜੋਤ ਸਿੰਘ ਸਿੱਧੂ ਦੀ ਬੋਲਬਾਣੀ ਦੇ ਕਾਰਨ ਗੁਰਜੀਤ ਸਿੰਘ ਔਜਲਾ ਕਹਿੰਦੇ ਵੀ ਇਸ ਬੰਦੇ ਦੀ ਬੋਲਬਾਣੀ ਨੇ ਇਹਨੂੰ ਹਰਾਉਣਾ ਆ। ਬਹੁਤ ਸਾਰੇ ਕਾਂਗਰਸੀ ਵਰਕਰ ਜਿਹੜੇ ਨਾਰਾਜ਼ ਆ ਵੀ ਉਹਨਾਂ ਦੇ ਕੰਮ ਤਾਂ ਕੀ ਹੋਣੇ ਸੀ ਇਹਨਾਂ ਦੇ ਰਾਜਕਾਲ ਦੇ ਵਿੱਚ, ਉਲਟਾ ਉਹਨਾਂ ਨੂੰ ਚੰਗਾ ਮੰਦਾ ਵੀ ਸੁਣਨਾ ਪਿਆ ਆ। ਸੋ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਗੁਰਜੀਤ ਸਿੰਘ ਔਜਲਾ ਉਹਨਾਂ ਨੇ ਇਹ ਗੱਲ ਆਖੀ ਆ ਕਿ ਕਾਂਗਰਸੀ ਆਗੂ ਜਿਹੜੇ ਇਸ ਹਲਕੇ ਦੇ ਨਿਰਾਸ਼ ਆ ਤੇ ਉਹ ਹੋਰਨਾਂ ਪਾਰਟੀਆਂ ਦੇ ਵਿੱਚ ਵੀ ਜਿਹੜੇ ਚਲੇ ਗਏ ਆ। ਉਹ ਕਹਿੰਦੇ ਹਰੇਕ ਵਰਕਰ ਜਿਹੜਾ ਮਾਣ ਸਨਮਾਨ ਚਾਹੁੰਦਾ ਤੇ ਸਿੱਧੂ ਪਰਿਵਾਰ ਵੱਲੋਂ ਉਹਨਾਂ ਨੂੰ ਅਜਿਹਾ ਮਾਣ ਸਨਮਾਨ ਨਹੀਂ ਦਿੱਤਾ ਗਿਆ, ਖਰਵੀਂ ਬੋਲੀ ਦੇ ਵਿੱਚ ਬੋਲਦੇ ਰਹੇ ਆ। ਸੋ ਹੁਣ ਦੂਜੇ ਪਾਸੇ ਨਵਜੋਤ ਸਿੱਧੂ ਹੁਣੀ ਜਿਹੜੇ ਆ ਉਹਨਾਂ ਨੇ ਵੀ ਗੱਲ ਆਖੀ, ਉਹਨਾਂ ਦੇ ਪਰਿਵਾਰ ਵੱਲੋਂ ਵੀ ਇਹ ਬਿਆਨ ਆਇਆ ਕਿ ਹੁਣ ਸਾਰਾ ਕੁਝ ਖੁੱਲ੍ਹ ਕੇ ਸਾਹਮਣੇ ਆ ਰਿਹਾ ਕਿ ਅੰਮ੍ਰਿਤਸਰ ਪੂਰਬੀ ਇਲਾਕੇ ਵਿੱਚ ਤੇ ਹੋਰ ਇਲਾਕਿਆਂ ਦੇ ਵਿੱਚ ਕਾਂਗਰਸ ਦੇ ਉਲਟ ਕਿਹੜੇ ਬੰਦੇ ਜਿਹੜੇ ਆ ਉਹ ਕੰਮ ਕਰ ਰਹੇ ਸੀਗੇ। ਹੁਣ ਉਹ ਖੁੱਲ੍ਹ ਕੇ ਬਿਆਨ ਦੇਣ ਲੱਗੇ ਆ ਤਾਂ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਵੀ ਨਵਜੋਤ ਸਿੱਧੂ ਨੂੰ ਹਰਾਉਣ ਦੇ ਵਾਸਤੇ ਕੌਣ ਕੋਸ਼ਿਸ਼ਾਂ ਕਰ ਰਿਹਾ ਸੀਗਾ। ਸੋ ਉਹਨਾਂ ਨੇ ਸਿੱਧੇ ਤਰੀਕੇ ਦੇ ਨਾਲ ਔਜਲਾ ਉਹਨਾਂ ਦੇ ਉੱਤੇ ਨਿਸ਼ਾਨਾ ਜਿਹੜਾ ਵਿੰਨਿਆ ਆ। ਆਉਣ ਵਾਲੇ ਦਿਨਾਂ ਵਿੱਚ ਹੋਰ ਰਾਜਨੀਤਿਕ ਪਾਰਟੀਆਂ ਵੀ ਅਜਿਹਾ ਹੀ ਕਰਨ ਬਾਰੇ ਵਿਚਾਰਾਂ ਬਣਾ ਰਹੀਆਂ, ਲਿਸਟਾਂ ਬਣਾਈਆਂ ਜਾ ਰਹੀਆਂ ਵੀ ਕਿਹੜਾ ਵਫਾਦਾਰ ਸੀਗਾ, ਕਿਹਨੇ ਵਫਾਦਾਰੀ ਨਹੀਂ ਨਿਭਾਈ, ਕਿਹੜਾ ਨਾਲ ਤੁਰਿਆ, ਕਿਹੜਾ ਵਿਰੋਧੀਆਂ ਦੇ ਨਾਲ ਤੁਰਿਆ। ਫਿਰ ਵਿਰੋਧੀਆਂ ਦੇ ਨਾਲ ਤੁਰਨ ਵਾਲਿਆਂ ਦੀ ਛਾਂਟੀ ਜਿਹੜੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਹੋ ਸਕਦੀ ਹੈ ਜੀ। ਅਖੀਰ ਦੇ ਵਿੱਚ ਗੱਲਬਾਤ ਕਰਾਂਗੇ ਦੀਪ ਸਿੱਧੂ ਦੇ ਅੰਤਿਮ ਅਰਦਾਸ ਦੀ, ਉਹਨਾਂ ਦਾ ਜਿਹੜਾ ਭੋਗ ਸਮਾਗਮ ਫਤਿਹਗੜ੍ਹ ਸਾਹਿਬ ਦੇ ਦੀਵਾਨ ਟੋਡਰਮਲ ਹਾਲ ਦੇ ਵਿੱਚ ਹੋ ਰਿਹਾ। ਇਸ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਪਰਿਵਾਰ ਵੱਲੋਂ, ਉਹਨਾਂ ਦੇ ਸਾਥੀਆਂ ਵੱਲੋਂ ਮੁਕੰਮਲ ਕੀਤੀਆਂ ਜਾ ਚੁੱਕੀਆਂ। ਇਕੱਠ ਬਹੁਤ ਵੱਡਾ ਹੋਣਾ ਆ। ਇਹ ਸਾਰਾ ਕੁਛ ਸੁੱਖ ਸਵੀਲੀ ਨਿਬੜੇ, ਸਾਰੂ ਤਰੀਕੇ ਨਿਬੜੇ, ਇਸ ਵਾਸਤੇ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਆ। ਜਿਹੜੀ ਜਾਣਕਾਰੀ ਮਿਲੀ ਆ ਇੰਨਾ ਹੀ ਹੈ ਕਿ ਸਟੇਜ ਦੇ ਉੱਤੇ ਘੱਟ ਤੋਂ ਘੱਟ ਵਿਅਕਤੀਆਂ ਨੂੰ ਬਿਠਾਉਣ ਦੀ ਗੱਲ ਆਖੀ ਗਈ ਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਿੱਖ ਵਿਦਵਾਨ ਸੁਖਪ੍ਰੀਤ ਸਿੰਘ ਉਦੋਕੇ ਉਹਨਾਂ ਨੂੰ ਸੌਂਪੀ ਗਈ ਆ। ਇਸ ਦੇ ਨਾਲ ਹੀ ਪਰਿਵਾਰ ਨੂੰ ਵਧੇਰੇ ਤਵੱਜੋ ਦੇਣ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਆ, ਕਿਉਂਕਿ ਸੰਸਕਾਰ ਮੌਕੇ ਇਹ ਹੋਇਆ ਕਿ ਇਕੱਠ ਬਹੁਤ ਜ਼ਿਆਦਾ ਸੀ। ਜਿਹੜਾ ਕਰੀਬੀ ਪਰਿਵਾਰ ਆ ਉਹਨੂੰ ਜਿੰਨੀ ਤਵੱਜੋ ਦੇਣੀ ਚਾਹੀਦੀ ਸੀ ਉਨੀ ਦਿੱਤੀ ਨਹੀਂ ਜਾ ਸਕੀ। ਇਸ ਦੀਵਾਨ ਹਾਲ ਦੇ ਵਿੱਚ ਸੰਗਤਾਂ ਦੇ ਬੈਠਣ ਦਾ, ਬੁਲਾਰਿਆਂ ਦੇ ਬੋਲਣ ਦਾ ਪੂਰਾ ਇੰਤਜ਼ਾਮ ਜਿਹੜਾ ਆ ਉਹ ਕੀਤਾ ਜਾ ਚੁੱਕਾ ਆ। ਆਲਰੇਡੀ ਜਿਹੜੇ ਦੱਸਿਆ ਜਾ ਰਿਹਾ ਕਿ ਜਿਵੇਂ ਵੀਡੀਓਜ਼ ਆ ਰਹੀਆਂ, ਕਈ ਥਾਂ ਤੋਂ ਲੋਕ ਛੋਟੇ ਕਾਫਲਿਆਂ ਦੇ ਰੂਪ ਦੇ ਵਿੱਚ ਆਪਣੀਆਂ ਨਿੱਜੀ ਗੱਡੀਆਂ ਦੇ ਵਿੱਚ ਆਲਰੇਡੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚ ਚੁੱਕੇ ਆ, ਕਿਉਂਕਿ ਕਈਆਂ ਨੂੰ ਲੱਗਦਾ ਕੱਲ੍ਹ ਨੂੰ ਹੋ ਸਕਦਾ ਜਗ੍ਹਾ ਨਾ ਮਿਲੇ। ਸਭ ਤੋਂ ਵੱਡਾ ਮਾਰਚ ਜਿਹੜਾ ਗੋਲਡਨ ਗੇਟ ਅੰਮ੍ਰਿਤਸਰ ਤੋਂ ਤੁਰਨਾ ਆ, ਜਿਹਨੇ ਕਿ ਫਿਰ ਜਲੰਧਰ, ਫਗਵਾੜਾ, ਗੁਰਾਇਆ, ਲੁਧਿਆਣਾ ਦੇ ਵਿੱਚ ਹੀ ਹੁੰਦਿਆ ਹੋਇਆ ਵਾਇਆ ਸਾਹਨੇਵਾਲ, ਖੰਨਾ ਤੇ ਫਿਰ ਫਤਿਹਗੜ੍ਹ ਸਾਹਿਬ ਪਹੁੰਚਣਾ। ਇਸ ਤਰ੍ਹਾਂ ਬਠਿੰਡਾ ਵਾਲੇ ਪਾਸਿਓਂ, ਮਾਨਸਾ ਵਾਲੇ ਪਾਸਿਓਂ, ਸੰਗਰੂਰ, ਪਟਿਆਲੇ ਵਾਲੇ ਪਾਸਿਓਂ, ਫਰੀਦਕੋਟ, ਮੋਗੇ ਤੋਂ ਵੀ ਕਈ ਛੋਟੇ ਵੱਡੇ ਮਾਰਚ ਜਿਹੜੇ ਆ ਉਹ ਕੇਸਰੀ, ਪੀਲੇ, ਨੀਲੇ ਨਿਸ਼ਾਨ ਲੈ ਕੇ ਤੁਰਨ ਦੀ ਗੱਲ ਜਿਹੜੀ ਹੈ ਚੱਲ ਰਹੀ ਹੈ, ਜਿਹੀਆਂ ਬਹੁਤ ਸਾਰੀਆਂ ਪੋਸਟਾਂ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਗਈਆਂ ਆ। ਸੋ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਚੈਲੰਜ ਹੋਣਾ ਆ, ਕਿਉਂਕਿ ਬਹੁਤ ਸਾਰੇ ਲੋਕ ਇਸ
ਇਕੱਠ ਤੋਂ ਆਸਾਂ ਲੈ ਕੇ ਆ ਰਹੇ ਆ ਕਿ ਦੇਖੀਏ ਇੱਥੇ ਕੀ ਪ੍ਰੋਗਰਾਮ ਦਿੱਤਾ ਜਾਂਦਾ। ਜਿਵੇਂ ਮੈਂ ਕੱਲ੍ਹ ਵੀ ਗਿਆ ਸੀ, ਇਹਨੂੰ ਇੱਕ ਸਰਬੱਤ ਖਾਲਸੇ ਵਜੋਂ ਜਿਹੜਾ ਦੇਖਿਆ ਜਾ ਰਿਹਾ ਆ। ਇਹ ਲੋਕ ਨਹੀਂ ਚਾਹੁੰਦੇ ਕਿ ਅਸੀਂ ਇੱਥੇ ਇਕੱਠੇ ਹੋ ਕੇ ਆਈਏ ਅਤੇ ਇੱਥੋਂ ਕੋਈ ਪ੍ਰੋਗਰਾਮ ਜਿਹੜਾ ਉਹ ਨਾ ਦਿੱਤਾ ਜਾਵੇ। ਪਰਿਵਾਰ ਨੂੰ ਵੀ ਪੂਰਾ ਮਾਣ ਸਤਿਕਾਰ ਮਿਲਣਾ ਚਾਹੀਦਾ। ਜਿਹੜੇ ਬੁਲਾਰੇ ਆ ਉਹਨਾਂ ਨੂੰ ਵੀ ਸੰਕੋਚਣਾ ਚਾਹੀਦਾ ਆ ਘੱਟ ਤੋਂ ਘੱਟ ਹੁਣ, ਪਰ ਕੁਛ ਨਾ ਕੁਛ ਸਟੇਜ ਤੋਂ ਦੀਪ ਸਿੱਧੂ ਦੀ ਸੋਚ ਬਾਰੇ ਜਿਹੜੇ ਨੌਜਵਾਨ ਉਹਦੇ ਨਾਲ ਇੰਨੇ ਜੁੜੇ ਆ, ਉਹਨਾਂ ਬਾਰੇ ਪ੍ਰੋਗਰਾਮ ਜਿਹੜਾ ਆ ਲੋਕ ਉਡੀਕ ਰਹੇ ਆ। ਸੋ ਇੱਕ ਆਪਣੇ ਆਪ ਦੇ ਵਿੱਚ ਪ੍ਰਬੰਧਕਾਂ ਵਾਸਤੇ ਵੀ ਚੁਣੌਤੀ ਹੋਣੀ ਆ ਕਿ ਉਹ ਕੀ ਪ੍ਰੋਗਰਾਮ ਦਿੰਦੇ ਆ ਕਿ ਨਹੀਂ ਦਿੰਦੇ। ਇਸ ਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਤਾਂ ਧਰਮਿੰਦਰ ਪਰਿਵਾਰ, ਦਿਓਲ ਪਰਿਵਾਰ, ਸੂਤਰਾਂ ਦੇ ਮੁਤਾਬਕ ਉਹਨਾਂ ਵੱਲੋਂ ਵੀ ਪਰਿਵਾਰ ਤੱਕ ਕੋਸ਼ਿਸ਼ ਕੀਤੀ ਗਈ ਆ ਕਿ ਅਸੀਂ ਇਸ ਸਮਾਗਮ ਵਿੱਚ ਆਉਣਾ ਚਾਹੁੰਦੇ ਹਾਂ, ਪਰ ਉਹਨਾਂ ਨੂੰ ਜਵਾਬ ਦੇ ਦਿੱਤਾ ਗਿਆ ਆ। ਕਿਉਂਕਿ ਜਿਸ ਤਰੀਕੇ ਦੇ ਨਾਲ ਅਖੀਰ ਦੇ ਵਿੱਚ ਪਰਿਵਾਰ ਦੇ ਦੀਪ ਸਿੱਧੂ ਪਰਿਵਾਰ ਦੇ ਦਿਓਲ ਪਰਿਵਾਰ ਨਾਲ ਸੰਬੰਧ ਬਣੇ ਆ, ਦੀਪ ਸਿੱਧੂ ਦੇ ਬਾਰੇ ਜੋ ਬੋਲਦੇ ਰਹੇ ਆ, ਈਵਨ ਉਸ ਦੇ ਮਰਨ ਤੋਂ ਬਾਅਦ ਵੀ ਜਿਹੜਾ ਟਵੀਟ ਸਨੀ ਦਿਓਲ ਵੱਲੋਂ ਸ਼ੰਕਾ ਪਾਊ ਅਤੇ ਸ਼ਰਾਰਤੀ ਕੀਤਾ ਗਿਆ, ਉਸ ਨੂੰ ਲੈ ਕੇ ਕਾਫੀ ਨਾਰਾਜ਼ਗੀ ਆ। ਇਸ ਕਰਕੇ ਕੋਈ ਵਿਵਾਦ ਨਾ ਹੋਵੇ, ਇਸ ਕਾਰਨ ਹਾਲ ਦੀ ਘੜੀ ਜਿਹੜਾ ਜਵਾਬ ਦੇ ਦਿੱਤਾ ਗਿਆ ਜੀ। ਬਹੁਤ ਸਾਰੇ ਪੱਤਰਕਾਰ ਜਿਹੜੇ ਆ ਉਹਨਾਂ ਦੀਆਂ ਟੀਮਸ ਆਲਰੇਡੀ ਪਹੁੰਚ ਚੁੱਕੀਆਂ, ਪ੍ਰਿੰਟ ਮੀਡੀਆ, ਡਿਜੀਟਲ ਮੀਡੀਆ ਇਸ ਨੂੰ ਕਵਰੇਜ ਕਰ ਰਿਹਾ। ਜਿੱਦਣ ਦੀਪ ਸਿੱਧੂ ਦੀ ਮੌਤ ਹੁੰਦੀ ਆ, CNN ਤੱਕ ਨੇ ਖਬਰਾਂ ਲਾਈਆਂ ਸੀ। ਇਸ ਕਰਕੇ ਵਿਦੇਸ਼ੀ ਮੀਡੀਆ ਵੀ ਜਿਹੜਾ ਆ ਉਹ ਕਵਰੇਜ ਕਰਨ ਦੇ ਵਾਸਤੇ ਪਹੁੰਚ ਰਿਹਾ ਆ। ਚਾਹੇ ਵਤਨ ਪੰਜਾਬ ਦੀ ਗੱਲ ਆ ਅਤੇ ਚਾਹੇ ਬਾਹਰਲੇ ਮੁਲਕਾਂ ਦੀ ਗੱਲ ਆ, ਜਿੱਥੇ ਵੀ ਚਾਰ ਲੋਕ ਇਕੱਠੇ ਹੁੰਦੇ ਆ ਦੀਪ ਸਿੱਧੂ ਦੀਆਂ ਗੱਲਾਂ ਚੱਲਦੀਆਂ। ਇੱਕ ਜਿਹੜਾ ਚੰਬਾ ਸਾਰਿਆਂ ਨੂੰ ਆ ਕਿ ਮੁੰਡਾ 1.5 ਸਾਲ ਦੇ ਵਿੱਚ ਇੰਨਾ ਮਾਣ ਤਾਣ ਕਿਵੇਂ ਖੱਟ ਗਿਆ। ਉਹ ਲੋਕ ਜਿਹੜੇ ਦੇ ਵਿਰੋਧੀ ਸੀਗੇ ਉਹ ਵੀ ਕਈ ਪਾਸ਼ਚਾਤਾਪ ਕਰਦੇ ਆ, ਕਈ ਜਿਹੜੀਆਂ ਆਪਣੀਆਂ ਭੁੱਲਾਂ ਬਖਸ਼ਾ ਰਹੇ ਆ, ਕਈ ਦੱਬਵੀਂ ਜ਼ਬਾਨ ਦੇ ਵਿੱਚ ਕਈ ਖੁੱਲ੍ਹ ਕੇ ਕਰ ਰਹੇ ਆ, ਅਤੇ ਅਜਿਹੇ ਵਿਰੋਧੀ ਵੀ ਹੈਗੇ ਜਿਹਨਾਂ ਨੇ ਇੱਕ ਕੰਧ ਬਣਾਈ ਹੁੰਦੀ ਹੈ ਵੀ ਨਹੀਂ ਅਸੀਂ ਤਾਂ ਉਲਟ ਬੋਲਣਾ ਆ। ਕਿਉਂਕਿ ਜੇ ਅਸੀਂ ਹੁਣ ਚੰਗਾ ਬੋਲਣ ਲੱਗ ਪਏ ਲੋਕੀ ਸਾਨੂੰ ਕਹਿਣਗੇ ਕਿ ਤੁਸੀਂ ਪਹਿਲਾਂ ਇੱਦਾਂ ਗੱਲ ਕਹਿੰਦੇ ਸੀਗੇ। ਸੋ ਇੱਕ ਝੂਠੀ ਜਿਹੜੀ ਮਨ ਦੇ ਵਿੱਚ ਕੰਧ ਸਾਰੀ ਹੋਈ ਆ ਉਹ ਢਾਉਣ ਦੀ ਕਈਆਂ ਦੇ ਵਿੱਚ ਹਿੰਮਤ ਨਹੀਂ ਹੁੰਦੀ, ਅਤੇ ਉਸੇ ਤਰ੍ਹਾਂ ਫਿਰ ਵਿਰੋਧ ਜਿਹੜਾ ਆ ਉਹ ਕਰਦੇ ਰਹਿੰਦੇ ਆ। ਸੋ ਇਸ ਦੇ ਨਾਲ ਹੀ ਜਿੱਥੇ ਵੀ ਗੱਲਬਾਤ ਹੁੰਦੀ ਆ ਬਹਿੰਦੇ ਲੋਕ ਉਹ ਇਹੀ ਹੈ ਕਿ ਦੀਪ ਸਿੱਧੂ ਦੀ ਸੋਚ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਆ। ਇਹ ਜਿਹੜਾ ਇੱਕ ਸੁਨਾਮੀ ਇੱਕ ਕਹਿ ਸਕਦੇ ਹਾਂ, ਇੱਕ ਜਵਾਰ ਪਾੜਾ ਜਿਹੜਾ ਆ ਪੰਥਕ ਜਜ਼ਬਾਤਾਂ ਦੇ ਵਿੱਚ ਆ ਗਿਆ, ਇਹਨੂੰ ਸੇਧ ਕਿਵੇਂ ਦੇਣੀ ਆ, ਇਹ ਇੱਕ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ। ਪੰਥਕ ਲੀਡਰ ਜਿਹੜੇ ਕਿ ਪਹਿਲਾਂ ਕਹਿੰਦੇ ਸੀ ਕਿ ਅਸੀਂ ਪੰਥ ਨੂੰ ਲੈ ਕੇ ਚੱਲ ਰਹੇ ਹਾਂ, ਜਿਸ ਹਿਸਾਬ ਇਸ ਦੀਪ ਸਿੱਧੂ ਵਰਤਾਰੇ ਨੇ ਹਾਸ਼ੀਏ 'ਤੇ ਕਰ ਦਿੱਤੇ ਆ, ਉਹ ਵੀ ਚਿੰਤਾ ਦੇ ਵਿੱਚ ਆ ਕਿ ਸਾਡਾ ਭਵਿੱਖ ਕੀ ਆ। ਲੋਕ ਸਾਡੇ 'ਤੇ ਸ਼ੱਕੀ ਨਿਗਾਹਾਂ ਨਾਲ ਰੱਖ ਰਹੇ ਆ ਵੀ ਇਹਨਾਂ ਨੇ ਕੀਤਾ ਕੁਛ ਨਹੀਂ ਹੈਗੇ, ਵੀ ਗੱਲਾਂ ਹੀ ਕਰੀ ਗਏ ਆ। ਸੋ ਬਹੁਤ ਕੁਝ ਇਸ ਅੰਤਿਮ ਅਰਦਾਸ ਨਾਲ, ਅੰਤਿਮ ਸਮਾਗਮ ਨਾਲ ਜੁੜਿਆ ਹੋਇਆ ਆ। ਅੱਜ ਬਹੁਤ ਸਾਰੇ ਰੇਡੀਓ ਚੈਨਲ, TV ਚੈਨਲ ਜਿਹੜੇ ਇਹਨੂੰ ਲਾਈਵ ਵੀ ਕਰਨਗੇ ਰਾਤ ਨੂੰ, ਕਿਉਂਕਿ ਇੱਥੇ ਰਾਤ ਹੋਣੀ ਆ, ਉੱਤਰੀ ਅਮਰੀਕਾ ਦੇ ਵਿੱਚ ਉੱਧਰ ਸਵੇਰਾ ਹੋਣਾ ਆ, ਅਤੇ ਲੋਕ ਬੜੀ ਨੀਝ ਦੇ ਨਾਲ ਇਸ ਅੰਤਿਮ ਸਮਾਗਮ ਨੂੰ ਦੇਖਣਾ ਜਿਹੜਾ ਆ ਉਹ ਚਾਹੁੰਦੇ ਆ। ਦੀਪ ਜਦੋਂ ਸਰੀਰਕ ਰੂਪ ਦੇ ਵਿੱਚ ਮੌਜੂਦ ਸੀ ਤਾਂ ਸ਼ਾਇਦ ਉਹਦੀ ਇੰਨੀ ਵਕਤ ਜਿਹੜੀ ਆ ਲੋਕਾਂ ਦੇ ਵਿੱਚ ਨਹੀਂ ਸੀ ਜਿੰਨੀ ਕਿ ਉਸਦੇ ਮਰਨ ਤੋਂ ਬਾਅਦ ਉਹਦਾ ਦੁੱਖ ਮਹਿਸੂਸ ਕੀਤਾ ਜਾ ਰਿਹਾ। ਜਾਂ ਇਹ ਕਹਿ ਲਓ ਕਿ ਜਿਹੜੀ ਜਾਣਕਾਰੀ ਪਹਿਲਾਂ ਕਦੇ ਲੋਕਾਂ ਨੇ ਜਾਣੀ ਨਹੀਂ ਸੀਗੀ, ਸੁਣੀ ਨਹੀਂ ਸੀ, ਅਣਗੌਲੀ ਸੀਗੀ, ਉਹ ਹੁਣ ਸਾਹਮਣੇ ਆਈ ਆ, ਪੜ੍ਹੀ ਆ, ਦੇਖੀ ਆ, ਅਤੇ ਉਸਦੇ ਨਾਲ ਜਿਹੜੇ ਮਨ ਹੈਗੇ ਆ ਉਹ ਪਿਘਲ ਰਹੇ ਆ। ਸੋ ਇਸ ਅੰਤਿਮ ਸਮਾਗਮ ਦੇ ਉੱਤੇ ਲੋਕਾਂ ਨੂੰ ਜਾਣਕਾਰੀ ਦੇਣ ਵਾਸਤੇ ਇੱਕ ਛੋਟਾ ਜਿਹਾ ਕਿਤਾਬਚਾ ਵੀ ਕੁਝ ਸੱਜਣਾ ਵੱਲੋਂ ਤਿਆਰ ਕੀਤਾ ਗਿਆ ਆ, ਤਾਂ ਕਿ ਬਹੁਤ ਸਾਰੇ ਲੋਕ ਜਿਹੜੇ ਇੰਟਰਨੈਟ ਦੇ ਨਾਲ ਨਹੀਂ ਜੁੜੇ ਹੋਏ ਉਹਨਾਂ ਦੇ ਵਾਸਤੇ ਕੋਈ ਜਾਣਕਾਰੀ ਪੰਜਾਬੀ ਦੇ ਵਿੱਚ 20 ਕੁ ਪੇਜ ਦੇ ਵਿੱਚ ਰੂਪ ਦੇ ਵਿੱਚ ਜਿਹੜੀ ਆ ਦਿੱਤੀ ਜਾ ਸਕੇ, ਅਤੇ ਨਾਲ ਹੀ ਦੀਪ ਦੀਆਂ ਕਈਆਂ ਗੱਲਾਂ, ਦੀਪ ਦੇ ਬੋਲੇ ਹੋਏ ਸ਼ਬਦ ਜਿਹੜੇ ਆ ਰਿਕਾਰਡ ਦੇ ਵਿੱਚ ਵੀ ਰਹਿ ਜਾਣ, ਉਹ ਜਿਹੜਾ ਕਿਤਾਬਚਾ ਸਾਂਭ ਕੇ ਵੀ ਰੱਖਿਆ ਜਾ ਸਕਦਾ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰ ਅਕਾਲ ਤਖਤ ਸਾਹਿਬ ਦੀ ਹਾਜ਼ਰੀ ਵੀ ਜਿਹੜੀ ਆ ਉਡੀਕੀ ਜਾ ਰਹੀ ਆ। ਹੋਰ ਸਿੰਘ ਸਾਹਿਬਾਨ ਵੀ ਇਸ ਮੌਕੇ ਪਹੁੰਚ ਸਕਦੇ ਆ। ਪੰਜਾਬ ਤੋਂ ਵੱਡੀਆਂ ਵੱਡੀਆਂ ਰਾਜਸੀ ਧਿਰਾਂ ਦੇ ਨੁਮਾਇੰਦੇ, ਧਾਰਮਿਕ ਨੁਮਾਇੰਦੇ ਜਿਹੜੇ ਆ ਪਹੁੰਚਣ ਦੀ ਉਮੀਦ ਆ। ਜਿਹੜੀ ਸਭ ਤੋਂ ਵੱਡੀ ਗੱਲ ਆ ਉਹ ਇਕੱਠ ਦੀ ਆ, ਵੀ ਇਕੱਠ ਕਿੱਡਾ ਹੁੰਦਾ। ਪ੍ਰਬੰਧ ਜਿਹੜੇ ਆ ਉਹ 3 ਤੋਂ 4 ਲੱਖ ਲੋਕਾਂ ਨੂੰ ਸਾਂਭਣ ਦੇ, ਬਿਠਾਉਣ ਦੇ, ਲੰਗਰ ਛਕਾਉਣ ਦੇ ਕੀਤੇ ਗਏ ਆ। ਸੋ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਡਾ ਚੈਲੰਜ ਆ। ਦੀਪ ਸਿੱਧੂ ਵਰਤਾਰੇ ਬਾਰੇ ਗੱਲਾਂ ਸਮਝ ਨਹੀਂ ਜੀ ਲੱਗਦੀਆਂ। ਸਮਾਂ ਦੇਖੋ ਵੀ ਜਿਸ ਸ਼ਖਸ ਨੂੰ ਸਟੇਜਾਂ ਤੋਂ ਬੋਲਣ ਤੋਂ ਰੋਕ ਦਿੱਤਾ ਗਿਆ ਸੀਗਾ, ਸਟੇਜਾਂ ਤੋਂ ਬੋਲਣ ਤੋਂ ਬੈਨ ਕਰ ਦਿੱਤਾ ਗਿਆ ਸੀਗਾ, ਜਿਸ ਦੇ ਚਲਾਣੇ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਸਟੇਜਾਂ ਲੱਗ ਰਹੀਆਂ ਅਤੇ ਉਹਦਾ ਗੁਣਗਾਨ ਹੋ ਰਿਹਾ ਆ। ਇੱਥੇ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਆਗਿਆ ਬਖਸ਼ੋ। ਕੱਲ੍ਹ ਨੂੰ ਹੋਰ ਗੱਲਬਾਤ, ਹੋਰ ਜਾਣਕਾਰੀ ਲੈ ਕੇ ਤੁਹਾਡੇ ਰੂਬਰੂ ਪੇਸ਼ ਹੋਵਾਂਗੇ ਜੀ। ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।